ਹੈਲੋ ਸਟੂਡੈਂਟਸ, ਕੰਟਰੋਲ ਸਟੇਟਮੈਂਟ ਦੇ ਵਿੱਚ ਅੱਜ ਦਾ ਸਾਡਾ ਨੈਕਸਟ ਟੌਪਿਕ ਹੈ ਨੈਸਟਡ ਇਫ ਐਲਸ ਸਟੇਟਮੈਂਟ। ਨੈਸਟਡ ਇਫ ਐਲਸ ਸਟੇਟਮੈਂਟ ਕੀ ਹੁੰਦਾ ਗਾ? ਵੈਨ ਐਨ ਇਫ ਐਲਸ ਸਟੇਟਮੈਂਟ ਇਜ਼ ਪ੍ਰੈਜ਼ੈਂਟ ਇਨਸਾਈਡ ਦਾ ਬੋਡੀ ਆਫ ਅਨਦਰ ਇਫ ਔਰ ਐਲਸ ਦੈਨ ਦਿਸ ਇਜ਼ ਕਾਲਡ ਨੈਸਟਡ ਇਫ ਐਲਸ। ਜੇ ਇਫ ਐਲਸ ਦੇ ਵਿੱਚ ਮੀਨਸ ਕਿ ਤੁਹਾਡੇ ਇਫ ਵਾਲੇ ਬਲੋਕ ਦੇ ਵਿੱਚ ਦੁਬਾਰਾ ਤੋਂ ਆਪਾਂ ਇਫ ਐਲਸ ਲਗਾ ਦਈਏ ਜਾਂ ਤੁਹਾਡੇ ਐਲਸ ਵਾਲੇ ਬਲੋਕ ਦੇ ਵਿੱਚ ਦੁਬਾਰਾ ਤੋਂ ਆਪਾਂ ਇਫ ਐਲਸ ਲਗਾ ਦਈਏ, ਉਹਨੂੰ ਬੋਲਿਆ ਜਾਂਦਾ ਹੈਗਾ ਨੈਸਟਡ ਇਫ ਐਲਸ। ਇਸ ਦਾ ਯੂਜ਼ ਕੀ ਹੈਗਾ? ਇਫ ਯੂ ਵਾਂਟ ਟੂ ਚੈੱਕ ਦਾ ਕੰਡੀਸ਼ਨ ਇਨਸਾਈਡ ਅ ਕੰਡੀਸ਼ਨ, ਜੇਕਰ ਅਸੀਂ ਇੱਕ ਕੰਡੀਸ਼ਨ ਦੇ ਅੰਦਰ ਦੁਬਾਰਾ ਤੋਂ ਕੰਡੀਸ਼ਨ ਚੈੱਕ ਕਰਨਾ ਚਾਹੁੰਦੇ ਹਾਂ, ਉਸ ਸਮੇਂ ਅਸੀਂ ਯੂਜ਼ ਕਰਦੇ ਹਾਂ ਨੈਸਟਡ ਇਫ ਐਲਸ ਸਟੇਟਮੈਂਟ ਨੂੰ। ਫੋਰ ਐਗਜ਼ਾਮਪਲ, ਐਵਰੀ ਪਰਸਨ ਇਜ਼ ਐਲੀਜੀਬਲ ਟੂ ਵਰਕ ਇਫ ਹੀ ਇਜ਼ 18 ਈਅਰਸ ਓਲਡ। ਹਰ ਉਹ ਬੰਦਾ 18 ਈਅਰਸ ਓਲਡ ਜਿਹੜੀ ਹੈ ਏਜ ਜਾਂ ਵੱਧ ਹੈ, ਉਹ ਜੋਬ ਕਰਨ ਦੇ ਲਈ ਐਲੀਜੀਬਲ ਹੈ। ਬਟ ਕੀ ਕੰਪਨੀ ਹਰ 18 ਤੋਂ ਅਬਵ ਵਾਲੇ ਨੂੰ ਜੋਬ ਦੇਊਗੀ? ਨਹੀਂ। ਤਾਂ ਉਹ ਹੋਰ ਕੀ ਚੀਜ਼ ਚੈੱਕ ਕਰੂਗੀ? ਕੰਪਨੀ ਉਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਚੈੱਕ ਕਰੂਗੀ। ਕੰਡੀਸ਼ਨ ਹੈ ਕਿ ਇੱਕ ਤਾਂ ਬੰਦੇ ਦੀ ਏਜ 18 ਤੋਂ ਵੱਧ ਹੋਵੇ, ਇੱਕ ਉਹਦੀ ਜਿਹੜੀ ਹੈਗੀ ਆ ਕੁਆਲੀਫਿਕੇਸ਼ਨ ਉਹ ਗੁੱਡ ਹੋਵੇ, ਕਲੀਅਰ ਹੈ, ਕੰਪਨੀ ਦੇ ਲੋੜ ਦੇ ਮੁਤਾਬਿਕ ਹੋਵੇ, ਤਾਂ ਹੀ ਕੰਪਨੀ ਨੂੰ ਜੋਬ ਦੇਊਗੀ। ਤਾਂ ਅਸੀਂ ਇੱਕ ਕੰਡੀਸ਼ਨ ਤੋਂ ਬਾਅਦ ਦੁਬਾਰਾ ਤੋਂ ਫਿਰ ਇੱਕ ਹੋਰ ਕੰਡੀਸ਼ਨ ਚੈੱਕ ਕਰ ਰਹੇ ਹਾਂ, ਉਹਨੂੰ ਅਸੀਂ ਬੋਲਦੇ ਹਾਂ ਨੈਸਟਡ ਇਫ ਐਲਸ ਸਟੇਟਮੈਂਟ। ਨੈਸਟਡ ਇਫ ਐਲਸ ਸਟੇਟਮੈਂਟ ਦੇ ਤੁਹਾਡੇ ਸਾਹਮਣੇ 3 ਸਿੰਟੈਕਸ ਨੇ, ਤੁਸੀਂ ਤਿੰਨਾਂ ਵਿੱਚੋਂ ਕੋਈ ਵੀ ਸਿੰਟੈਕਸ ਫੋਲੋ ਕਰ ਸਕਦੇ ਹੋ। ਮੀਨਸ ਕਿ ਤੁਸੀਂ ਜਾਂ ਤਾਂ ਇਕੱਲੇ ਇਫ ਦੇ ਵਿੱਚ ਇਫ ਐਲਸ ਲਗਾਓ, ਜਾਂ ਇਕੱਲੇ ਐਲਸ ਦੇ ਵਿੱਚ ਦੁਬਾਰਾ ਤੋਂ ਇਫ ਐਲਸ ਲਗਾਓ, ਜਾਂ ਦੋਨਾਂ ਦੇ ਵਿੱਚ ਹੀ ਇਫ ਦੇ ਵਿੱਚ ਵੀ ਤੇ ਐਲਸ ਦੇ ਵਿੱਚ ਵੀ ਤੁਸੀਂ ਇਫ ਐਲਸ ਲਗਾ ਸਕਦੇ ਹੋ। ਤਿੰਨੋਂ ਸਿੰਟੈਕਸ ਸਹੀ ਨੇ। ਤੇ ਇਹਦੀ ਵਰਕਿੰਗ ਕਿੱਦਾਂ ਹੁੰਦੀ ਹੈਗੀ? ਜਿੱਦਾਂ ਕਿ ਫਸਟ ਸਿੰਟੈਕਸ ਦੇ ਵਿੱਚ ਤੁਹਾਡੇ ਵਿੱਚ ਤੁਸੀਂ ਚੈੱਕ ਕਰੋਗੇ ਕਿ ਜਿਹੜੀ ਤੁਹਾਡੀ ਕੰਡੀਸ਼ਨ ਹੈ, ਕੀ ਤੁਹਾਡੀ ਕੰਡੀਸ਼ਨ ਟਰੂ ਹੈ? ਜੇ ਅਸੀਂ ਇਸ ਐਗਜ਼ਾਮਪਲ ਦੇ ਵਿੱਚ ਚੈੱਕ ਕਰੀਏ, ਤੁਹਾਡੀ ਕੰਡੀਸ਼ਨ ਹੈ ਇਫ ਕੰਡੀਸ਼ਨ 1, ਜੇ ਇਹ ਕੰਡੀਸ਼ਨ ਹੈਗੀ ਟਰੂ, ਤਾਂ ਅਸੀਂ ਕਿੱਥੇ ਪਹੁੰਚ ਗਏ? ਅਸੀਂ ਆ ਗਏ ਇਫ ਦੇ ਬਲੋਕ ਦੇ ਵਿੱਚ, ਤਾਂ ਹੀ ਐਂਟਰ ਕਰਾਂਗੇ ਜੇ ਟਰੂ ਹੈ। ਇੱਥੇ ਆਏ ਤਾਂ ਇੱਥੇ ਫਿਰ ਅਗੇਨ ਦੁਬਾਰਾ ਇੱਕ ਕੰਡੀਸ਼ਨ ਹੈ, ਫਿਰ ਉਹਨੂੰ ਚੈੱਕ ਕਰੋ ਕੀ ਉਹ ਵੀ ਟਰੂ ਹੈ। ਜੇ ਉਹ ਟਰੂ ਹੈ ਤਾਂ ਸਟੇਟਮੈਂਟ 1 ਚੱਲੂਗੀ। ਮੀਨਸ ਫਸਟ ਤੇ ਸੈਕਿੰਡ ਕੰਡੀਸ਼ਨ ਜੇ ਦੋਨੋਂ ਟਰੂ ਆ ਤਾਂ ਸਟੇਟਮੈਂਟ ਤੁਹਾਡੀ ਐਗਜ਼ੀਕਿਊਟ ਹੋਊਗੀ 1। ਜੇਕਰ ਤੁਹਾਡੀ ਫਸਟ ਕੰਡੀਸ਼ਨ ਟਰੂ ਆ ਗਈ ਬਟ ਸੈਕਿੰਡ ਕੰਡੀਸ਼ਨ ਫਾਲਸ ਹੈ, ਫਸਟ ਕੰਡੀਸ਼ਨ ਟਰੂ ਸੈਕਿੰਡ ਫਾਲਸ, ਤਾਂ ਕਿਹੜੀ ਸਟੇਟਮੈਂਟ ਐਗਜ਼ੀਕਿਊਟ ਹੋਊਗੀ? ਸਟੇਟਮੈਂਟ ਨੰਬਰ 2। ਬਟ ਜੇਕਰ ਤੁਹਾਡੀ ਫਸਟ ਕੰਡੀਸ਼ਨ ਹੀ ਫਾਲਸ ਹੋ ਗਈ ਤਾਂ ਆਹ ਵਾਲਾ ਬਲੋਕ ਤਾਂ ਐਗਜ਼ੀਕਿਊਟ ਹੋਊਗਾ ਹੀ ਨਹੀਂ, ਡਾਇਰੈਕਟ ਅਸੀਂ ਪਹੁੰਚ ਗਏ ਐਲਸ ਬਲੋਕ ਦੇ ਵਿੱਚ। ਦੈਟ ਮੀਨਸ ਤੁਹਾਡੀ ਐਗਜ਼ੀਕਿਊਟ ਹੋਊਗੀ ਸਟੇਟਮੈਂਟ ਨੰਬਰ 3। ਇੱਦਾਂ ਹੀ ਤੁਹਾਡਾ ਸੈਕਿੰਡ ਮੈਥਡ ਵੀ ਹੈ ਨੈਸਟਡ ਇਫ ਐਲਸ ਦਾ, ਤੁਸੀਂ ਕਿਸੇ ਵੀ ਤਰੀਕੇ ਨਾਲ ਲਗਾ ਸਕਦੇ ਹੋ। ਸੈਕਿੰਡ ਦੇ ਵਿੱਚ ਅਸੀਂ ਸ਼ੋ ਕੀਤਾ ਗਾ ਕਿ ਤੁਹਾਡੇ ਇਫ ਦੇ ਵਿੱਚ ਇੱਕ ਕੰਡੀਸ਼ਨ ਹੈ, ਇਫ ਕੰਡੀਸ਼ਨ 1, ਜੇ ਇਹ ਕੰਡੀਸ਼ਨ ਟਰੂ ਹੈ ਤਾਂ ਸਟੇਟਮੈਂਟ 1 ਐਗਜ਼ੀਕਿਊਟ ਹੋਊਗੀ। ਜੇ ਇਹ ਕੰਡੀਸ਼ਨ ਫਾਲਸ ਹੈ ਤਾਂ ਅਸੀਂ ਕਿੱਥੇ ਪਹੁੰਚ ਜਾਵਾਂਗੇ? ਐਲਸ 'ਤੇ। ਐਲਸ 'ਤੇ ਪਹੁੰਚੇ ਤਾਂ ਉੱਥੇ ਦੁਬਾਰਾ ਤੋਂ ਇੱਕ ਕੰਡੀਸ਼ਨ ਹੈਗੀ ਹੈ। ਜੇ ਇਹ ਕੰਡੀਸ਼ਨ ਟਰੂ ਹੈ ਤਾਂ ਤੁਹਾਡੀ ਸਟੇਟਮੈਂਟ 2 ਐਗਜ਼ੀਕਿਊਟ ਹੋਏਗੀ। ਜੇ ਉਹ ਫਾਲਸ ਹੈ ਤਾਂ ਸਟੇਟਮੈਂਟ 3 ਐਗਜ਼ੀਕਿਊਟ ਹੋਏਗੀ। ਪ੍ਰੋਪਰ ਚੈੱਕ ਕਰਦੇ ਹਾਂ। ਸਟੇਟਮੈਂਟ ਟਰੂ ਜੇਕਰ ਤੁਹਾਡੀ ਫਸਟ ਫਾਲਸ ਹੈ ਤੇ ਸੈਕਿੰਡ ਕੰਡੀਸ਼ਨ ਟਰੂ ਹੈ ਤਾਂ ਤੁਹਾਡੀ ਸਟੇਟਮੈਂਟ ਨੰਬਰ 2 ਐਗਜ਼ੀਕਿਊਟ ਹੋਏਗੀ। ਬਟ ਜੇ ਸੈਕਿੰਡ ਕੰਡੀਸ਼ਨ ਵੀ ਫਾਲਸ ਹੈ ਤਾਂ ਸਟੇਟਮੈਂਟ ਨੰਬਰ 3 ਐਗਜ਼ੀਕਿਊਟ ਹੋਏਗੀ। ਨੈਕਸਟ ਤੁਹਾਡਾ ਥਰਡ ਸਿੰਟੈਕਸ ਦਾ ਮੈਥਡ, ਉਸ ਦੇ ਵਿੱਚ ਵੀ ਚੈੱਕ ਕਰਕੇ ਦੇਖਿਓ ਵੀਡੀਓ ਪੌਜ਼ ਕਰਕੇ ਕਿ ਕਿੱਦਾਂ ਵਰਕਿੰਗ ਹੈ। ਫਸਟ ਕੰਡੀਸ਼ਨ ਜੇਕਰ ਟਰੂ ਤੇ ਸੈਕਿੰਡ ਵੀ ਟਰੂ ਤਾਂ ਸਟੇਟਮੈਂਟ ਨੰਬਰ 1 ਐਗਜ਼ੀਕਿਊਟ ਹੋਗੀ। ਫਸਟ ਕੰਡੀਸ਼ਨ ਟਰੂ ਸੈਕਿੰਡ ਕੰਡੀਸ਼ਨ ਫਾਲਸ ਤਾਂ ਸਟੇਟਮੈਂਟ 2 ਐਗਜ਼ੀਕਿਊਟ ਹੋਏਗੀ। ਜੇਕਰ ਫਸਟ ਕੰਡੀਸ਼ਨ ਹੀ ਫਾਲਸ ਹੋ ਜੇ, ਯਾਨੀ ਕਿ ਆ ਪੂਰਾ ਬਲੋਕ ਤੁਹਾਡਾ ਐਗਜ਼ੀਕਿਊਟ ਹੀ ਨਹੀਂ ਹੋਊਗਾ, ਇਹਨੂੰ ਆਪਾਂ ਚੈੱਕ ਹੀ ਨਹੀਂ ਕਰਨਾ, ਅਸੀਂ ਡਾਇਰੈਕਟ ਪਹੁੰਚ ਗਏ ਐਲਸ ਬਲੋਕ 'ਤੇ। ਉੱਥੇ ਆਏ ਤਾਂ ਉੱਥੇ ਤੁਹਾਡੀ ਕੰਡੀਸ਼ਨ ਹੈ, ਜੇ ਫਸਟ ਕੰਡੀਸ਼ਨ ਜਿਹੜੀ ਹੈਗੀ ਹੈ ਆਪਣੀ ਫਾਲਸ ਹੈ ਤਾਂ ਅਸੀਂ ਨੀਚੇ ਆਏ, ਅਸੀਂ ਕੰਡੀਸ਼ਨ ਨੰਬਰ 3 ਚੈੱਕ ਕੀਤੀ, ਉਹ ਟਰੂ ਹੈ ਤਾਂ ਸਟੇਟਮੈਂਟ 3 ਐਗਜ਼ੀਕਿਊਟ ਹੋ ਜਾਏਗੀ। ਬਟ ਜੇਕਰ ਤੁਹਾਡੀ ਫਸਟ ਵੀ ਫਾਲਸ, ਸੈਕਿੰਡ ਕੰਡੀਸ਼ਨ ਤੁਹਾਡੀ ਥਰਡ ਕੰਡੀਸ਼ਨ ਵੀ ਫਾਲਸ ਤਾਂ ਸਟੇਟਮੈਂਟ ਨੰਬਰ 4 ਐਗਜ਼ੀਕਿਊਟ ਹੋਏਗੀ। ਬਹੁਤ ਹੀ ਸਿੰਪਲ ਹੈ ਇਹ ਟੌਪਿਕ। ਜੇ ਆਪਾਂ ਇਹਨੂੰ ਰੀਅਲ ਲਾਈਫ ਦੇ ਐਗਜ਼ਾਮਪਲ ਅਕੋਰਡਿੰਗ ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਸਾਰੇ ਸਿੰਟੈਕਸ ਨੂੰ। ਹੁਣ ਅਸੀਂ ਸਿੰਟੈਕਸ ਤੋਂ ਬਾਅਦ ਦਾ ਇੱਕ ਵਾਰ ਫਲੋ ਡਾਇਗਰਾਮ ਚੈੱਕ ਕਰਦੇ ਹਾਂਗੇ, ਜਿਸ ਦੇ ਵਿੱਚ ਤੁਸੀਂ ਇਹ ਸ਼ੋ ਕਰਨਾ ਕਿ ਕੰਡੀਸ਼ਨ 1 ਜੇਕਰ ਟਰੂ ਹੈ ਦੁਬਾਰਾ ਤਾਂ ਫਿਰ ਇੱਕ ਹੋਰ ਕੰਡੀਸ਼ਨ ਚੈੱਕ ਹੋਊਗੀ। ਜਦ ਕੰਡੀਸ਼ਨ 1 ਦੇ ਅਕੋਰਡਿੰਗ ਹੀ ਤੁਸੀਂ ਕੁਛ ਐਗਜ਼ੀਕਿਊਟ ਕਰੋਗੇ। ਇੱਕ ਕੰਡੀਸ਼ਨ ਟਰੂ ਹੋਈ ਤਾਂ ਦੁਬਾਰਾ ਫਿਰ ਤੁਸੀਂ ਸੈਕਿੰਡ ਕੰਡੀਸ਼ਨ ਚੈੱਕ ਕੀਤੀ, ਜੇ ਉਹ ਟਰੂ ਹੈ ਤਾਂ ਤੁਹਾਡੀ ਆਹ ਵਾਲੀ ਸਟੇਟਮੈਂਟ ਐਗਜ਼ੀਕਿਊਟ ਹੋਗੀ। ਸਟੇਟਮੈਂਟ ਨੰਬਰ 1 ਐਗਜ਼ੀਕਿਊਟ ਹੋਗੀ। ਬਟ ਜੇਕਰ ਤੁਹਾਡੀ ਫਸਟ ਕੰਡੀਸ਼ਨ ਹੀ ਫਾਲਸ ਹੈ, ਜੇਕਰ ਤੁਹਾਡੀ ਫਸਟ ਕੰਡੀਸ਼ਨ ਹੋ ਗਈ ਫਾਲਸ
ਤਾਂ ਅਸੀਂ ਇੱਧਰਲੀ ਸਾਈਡ ਜਾਵਾਂਗੇ ਹੀ ਨਹੀਂ, ਅਸੀਂ ਇੱਧਰ ਨਹੀਂ ਆਵਾਂਗੇ, ਅਸੀਂ ਡਾਇਰੈਕਟ ਪਹੁੰਚ ਗਏ ਐਲਸ ਬਲੌਕ 'ਤੇ। ਤਾਂ ਇਹ ਜਿਹੜਾ ਫਲੋ ਡਾਇਗਰਾਮ ਹੈ ਇਹ ਹੈ ਜਦੋਂ ਤੁਸੀਂ ਇਫ ਦੇ ਵਿੱਚ ਦੁਬਾਰਾ ਤੋਂ ਇਫ ਐਲਸ ਲਗਾਇਆ ਹੋਇਆ, ਮਤਲਬ ਇਫ ਦੇ ਵਿੱਚ ਇਫ ਐਲਸ ਹੈ, ਐਲਸ ਦੇ ਵਿੱਚ ਤੁਸੀਂ ਦੁਬਾਰਾ ਤੋਂ ਇਫ ਐਲਸ ਨਹੀਂ ਲਗਾਇਆ, ਮਤਲਬ ਤੁਹਾਡਾ ਸੈਕਿੰਡ ਵਾਲਾ ਜਿਹੜਾ ਸਿੰਟੈਕਸ ਹੈ, ਆਹ ਵਾਲਾ ਸਿੰਟੈਕਸ ਤੁਹਾਡਾ ਫਲੋ ਡਾਇਗਰਾਮ ਦੇ ਥਰੂ ਬਣਾ ਕੇ ਦਿਖਾਇਆ ਫਸਟ ਵਾਲਾ, ਆਹ ਵਾਲੇ ਸਿੰਟੈਕਸ ਨੂੰ ਤੁਸੀਂ ਫਲੋ ਡਾਇਗਰਾਮ ਦੇ ਥਰੂ ਰਿਪਰੈਜ਼ੈਂਟ ਕਰਕੇ ਦਿਖਾ ਰਹੇ ਹੋ ਕਿ ਇਹਦੀ ਕਿੱਦਾਂ ਵਰਕਿੰਗ ਹੋਊਗੀ। ਨੈਕਸਟ ਹੈ ਪ੍ਰੋਗਰਾਮ। ਇੱਕ ਪ੍ਰੋਗਰਾਮ ਦੀ ਹੈਲਪ ਨਾਲ ਅਸੀਂ ਚੈੱਕ ਕਰਦੇ ਹਾਂ, ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਕਿ ਤੁਹਾਡੇ ਕੋਲ 3 ਨੰਬਰ ਨੇ ABC, ਤੁਸੀਂ ਚੈੱਕ ਕਰਨਾ ਤਿੰਨਾਂ ਨੰਬਰਸ ਦੇ ਵਿੱਚੋਂ ਗ੍ਰੇਟਰ ਕੌਣ ਹੈ। ਤਾਂ ਤੁਸੀਂ ਪਹਿਲਾਂ 3 ਨੰਬਰ ਲਓ, ਤਿੰਨਾਂ ਦੀ ਇਨਪੁਟ ਲਓ, ਇਨਪੁਟ ਲੈਣ ਤੋਂ ਬਾਅਦ ਹੁਣ ਅਸੀਂ ਕੰਪੈਰੀਜ਼ਨ ਕਰਾਂਗੇ। ਤਾਂ ਕੰਪੈਰੀਜ਼ਨ ਕਰਨ ਲਈ ਈਜ਼ੀ ਹੈ ਕਿ A ਕਦੋਂ ਵੱਡੀ ਹੈ, ਜੇਕਰ A B ਤੋਂ ਵੀ ਗ੍ਰੇਟਰ ਹੈ ਤੇ A C ਤੋਂ ਵੀ ਗ੍ਰੇਟਰ ਹੈ, ਦੈਟ ਮੀਨਸ ਕੌਣ ਗ੍ਰੇਟਰ ਹੋ ਗਿਆ, A। ਐਗਜ਼ਾਮਪਲ ਦੇ ਵਿੱਚ ਅਸੀਂ ਇੱਦਾਂ ਕੀਤਾ, ਇਫ A ਗ੍ਰੇਟਰ ਦੈਨ B, ਦੁਬਾਰਾ ਫਿਰ ਦੂਜੀ ਕੰਡੀਸ਼ਨ ਲਾਈ, ਇਫ A ਗ੍ਰੇਟਰ ਦੈਨ C, ਤਾਂ ਕੀ ਪ੍ਰਿੰਟ ਆਫ ਅਜੇ A ਇਜ਼ ਗ੍ਰੇਟਰ। ਬਟ ਜੇਕਰ ਅਸੀਂ ਇੱਥੇ ਦੇਖੀਏ ਵੀ ਪਹਿਲੀ ਕੰਡੀਸ਼ਨ ਸਾਡੀ ਟਰੂ ਹੋ ਜੇ ਬਟ ਸੈਕਿੰਡ ਕੰਡੀਸ਼ਨ ਫਾਲਸ ਹੋ ਗਈ, ਯਾਨੀ ਕਿ A B ਤੋਂ ਵੱਡੀ ਆ ਪਰ A C ਤੋਂ ਵੱਡੀ ਨਹੀਂ ਗਈ, ਤਾਂ ਐਲਸ ਕੌਣ ਗ੍ਰੇਟਰ ਹੈ, C, ਦੈਟ ਮੀਨਸ ਕੌਣ ਵੱਡੀ ਸੀ, C। ਹੁਣ ਨੈਕਸਟ ਜੇਕਰ ਥੱਲੇ ਚੈੱਕ ਕਰੀਏ ਐਲਸ ਬਲੌਕ, ਤਾਂ ਉਸ ਐਲਸ ਬਲੌਕ ਦੇ ਵਿੱਚ ਅਸੀਂ ਸ਼ੋ ਕੀਤਾ ਗਾ ਤੁਹਾਡੀ ਫਸਟ ਇਫ ਜੇ ਫਾਲਸ ਹੁੰਦੀ ਹੈ, ਤੇ ਫਸਟ ਇਫ ਉਦੋਂ ਫਾਲਸ ਹੋ ਰਹੀ ਹੈ ਜਦੋਂ A B ਤੋਂ ਵੱਡੀ ਨਹੀਂ ਗਈ, ਦੈਟ ਮੀਨਸ ਕੌਣ ਵੱਡਾ ਹੋ ਗਿਆ, B। ਤਾਂ ਫਿਰ ਅਸੀਂ ਨੀਚੇ ਜਾ ਕੇ B ਦਾ A ਨਾਲ ਤਾਂ ਕੰਪੈਰੀਜ਼ਨ ਉੱਪਰ ਹੀ ਹੋ ਗਿਆ, ਨੀਚੇ ਅਸੀਂ B ਦਾ C ਨਾਲ ਕੰਪੈਰੀਜ਼ਨ ਕਰਾਂਗੇ। ਇਫ B ਗ੍ਰੇਟਰ ਦੈਨ C, ਜੇਕਰ B C ਤੋਂ ਵੱਡੀ ਹੈ ਤਾਂ ਪ੍ਰਿੰਟ ਆਫ ਹੋ ਜੇ B ਇਜ਼ ਗ੍ਰੇਟਰ, ਜੇ ਨਹੀਂ ਵੱਡੀ ਤਾਂ ਓਬਵੀਅਸ ਕੌਣ ਗ੍ਰੇਟਰ ਹੈ, C ਇਜ਼ ਗ੍ਰੇਟਰ। ਤਾਂ ਇਸ ਤਰ੍ਹਾਂ ਇਫ ਦੇ ਵਿੱਚ ਇਫ ਐਲਸ ਤੇ ਐਲਸ ਦੇ ਵਿੱਚ ਇਫ ਐਲਸ ਲਗਾ ਕੇ ਤੁਸੀਂ C ਲੈਂਗੁਏਜ ਦੇ ਵਿੱਚ ਨੈਸਟਡ ਇਫ ਐਲਸ ਦੇ ਪ੍ਰੋਗਰਾਮਸ ਬਣਾ ਸਕਦੇ ਹੋਗੇ। ਥੈਂਕ ਯੂ।